प्यारे बच्चिओ, लास्ट लैक्चर दे विच असी सफेरिकल रीफ्रैक्टिंग सरफेस बारे बेटा डिस्कस किया ते आई होप कि तुसी वो लैक्चर जिहड़ा है चंगे तरीके दे नाल बेटा वो समझ लिया। उस लैक्चर दे विच मैं तुहानू दो तरह के सफेरिकल रीफ्रैक्टिंग सरफेस दसे सीगे। एक हुंदा है कन्वैक्स ते दूसरा हुंदा बेटा कनकेव सफेरिकल रीफ्रैक्टिंग सरफेस। जिहड़ा सफेरिकल सरफेस है एक ट्रांसपेरेंट मटीरियल का बनता है, ये बारे डिस्कस किया। ਉਹਦਾ पोल की है, ਉਹਦਾ सेंटर ऑफ करवेचर किस तरह का होंदा है, कित्थे असीं नूं मार्क करते हैं, नॉर्मल असीं किस तरह ड्रॉ करते हैं, ਇਹ बेटा सारे का सारा जिहड़ा है वो असीं फस्ट लैक्चर दे विच असीं जिहड़ा है इहनूं आपां डिस्कस कर चुके हैं। नाउ ਅੱਜ ਦੇ ਲੈਕਚਰ ਦੇ ਵਿੱਚ ਅਸੀਂ ਜਿਹੜਾ ਹੈ ਇੱਕ ਫਾਰਮੂਲਾ ਜਿਹੜਾ ਆਪਾਂ ਡਰਾਈਵ ਕਰਨਾ ਹੈ, ਜਿਹੜਾ ਮੋਸਟ ਇੰਪੋਰਟੈਂਟ ਹੈ। ਜਿਹੜਾ ਇਹ ਫਾਰਮੂਲਾ ਹੈ ਇਹਨੂੰ ਅਸੀਂ 5 ਤਰੀਕੇ ਦੇ ਨਾਲ ਅਸੀਂ ਜਿਹੜਾ ਇਹਨੂੰ ਆਪਾਂ ਡਰਾਈਵ ਕਰਾਂਗੇ। ਕਹਿਣ ਦਾ ਮਤਲਬ ਸਾਡੇ ਕੋਲ 5 ਆਰਟੀਕਲ ਨੇ, ਸਾਰਿਆਂ ਦਾ ਜਿਹੜਾ ਪ੍ਰੂਫ ਕਰਨ ਦਾ ਤਰੀਕਾ ਜਿਹੜਾ ਹੈ ਉਹ ਬਿਲਕੁਲ ਸੇਮ ਹੋਏਗਾ। ਅੱਜ ਅਸੀਂ ਜਿਹੜਾ ਹੈ ਪਹਿਲਾ ਪ੍ਰੂਫ ਕਰਾਂਗੇ, बाकी ਜਿਹੜੇ ਨੈਕਸਟ ਜਿਹੜੇ 4 ਆਰਟੀਕਲਸ ਹੋਣਗੇ बेटा ਉਹਨਾਂ ਦੀ ਮੈਂ ਤੁਹਾਨੂੰ ਸਿਰਫ ਡਾਇਗਰਾਮਸ ਜਿਹੜੀਆਂ ਨੇ ਕਿਸ ਤਰ੍ਹਾਂ ਬਣਨੀਆਂ ਨੇ ਉਹ ਮੈਂ ਤੁਹਾਨੂੰ ਸਾਰਾ ਸਮਝਾਵਾਂਗਾ ਤੇ ਤੁਸੀਂ ਅੱਜ ਦੇ ਆਰਟੀਕਲ ਨੂੰ ਚੰਗੇ ਤਰੀਕੇ ਨਾਲ ਕਰਕੇ ਤੇ ਇਸੇ ਸਟੈਪਸ ਨੂੰ ਜਿਹੜਾ ਫਾਲੋ ਕਰਕੇ ਜਿਹੜੇ ਨੈਕਸਟ 4 ਜਿਹੜੇ ਆਰਟੀਕਲਸ ਆਣਗੇ ਉਹਨਾਂ ਨੂੰ बेटा ਤੁਸੀਂ ਜਿਹੜਾ ਹੈ ਉਹ ਆਪ ਪ੍ਰੂਵ ਕਰਨਾ ਹੈ। ਨਾਓ ਕਮ ਟੂ ਦਾ ਪੁਆਇੰਟ। ਅੱਜ ਦਾ ਸਾਡਾ ਆਰਟੀਕਲ रीफ्रैक्शन फ्रॉम रेयर टू डेंसर मीडियम। इस चीज को बेटा ध्यान नाल देखना है। रेयर टू डेंसर जो पेपर विच क्वेश्चन आएगा वो दो तरह का होंदा है। एक होंदा है रीफ्रैक्शन फ्रॉम डेंसर टू रेयर, एक होंदा है बेटा रीफ्रैक्शन फ्रॉम रेयर टू डेंसर मीडियम। आज असीं करांगे रीफ्रैक्शन फ्रॉम रेयर टू डेंसर मीडियम। ਤੇ ਸਾਡੇ ਕੋਲ ਸਫੈਰਿਕਲ ਸਰਫੇਸ ਕਿਹੜਾ ਹੈਗਾ? ਕਨਵੈਕਸ। ਕਨਵੈਕਸ ਸਫੈਰਿਕਲ ਸਰਫੇਸ ਵਾਸਤੇ ਅਸੀਂ ਇੱਕ ਫਾਰਮੂਲਾ ਡਰਾਈਵ ਕਰਨਾ ਹੈ। ਉਹ ਕਾਦੇ ਵਾਸਤੇ? ਰੇਅਰ ਟੂ ਡੈਂਸਰ ਮੀਡੀਅਮ। ਆਓ ਇਸ ਨੂੰ ਜਿਹੜਾ ਆਪਾਂ ਡਰਾਈਵ ਕਰੀਏ। ਪਹਿਲਾਂ ਇਹਦੀ ਆਪਾਂ ਡਾਇਗਰਾਮ ਬਣਾਉਂਦੇ ਹਾਂ। ਆਹ ਦੇਖੋ ਬੇਟਾ, ਕਨਵੈਕਸ ਸਫੈਰਿਕਲ ਰੀਫਰੈਕਟਿੰਗ ਸਰਫੇਸ ਜਿਹੜਾ ਹੈ ਇਹਨੂੰ ਪਲਾਟ ਕਰਨਾ ਮੈਂ ਤੁਹਾਨੂੰ ਪਹਿਲਾਂ ਸਮਝਾਤਾ ਸੀਗਾ। This is the convex spherical refracting surface ਤੇ ਇਹਦੇ ਵਿੱਚੋਂ ਬਿਲਕੁਲ ਸੈਂਟਰ ਦੇ ਵਿੱਚੋਂ ਇੱਕ ਲਾਈਨ ਪਾਸ ਕਰ ਦੇਣੀ ਆ ਤੇ ਆ ਜਿਹੜਾ ਸੈਂਟਰ ਵਾਲਾ ਪੁਆਇੰਟ ਹੈ ਇਹ ਸਾਡੇ ਕੋਲ ਕੀ ਗਾ ਸੀਗਾ? ਪੋਲ। ਇਹਨੂੰ ਅਸੀਂ ਹਲਕਾ ਹਲਕਾ ਮੈਂ ਤੁਹਾਨੂੰ ਸਮਝਾਇਆ ਸੀ ਕਿ ਇਹਨੂੰ ਸ਼ੇਡਡ ਕਰਨਾ ਹੈ ਕਿਉਂਕਿ ਇਹ ਸਾਡਾ ਜਿਹੜਾ ਹੈ ਡੈਂਸਰ ਮੀਡੀਅਮ ਹੈ। ਬਾਹਰ ਵਾਲਾ ਰੇਅਰ, ਅੰਦਰ ਵਾਲਾ ਡੈਂਸਰ ਹੈ। ਇੱਥੇ ਅਸੀਂ ਲਿਖ ਵੀ ਸਕਦੇ ਹਾਂ, ਇੱਥੇ ਆਪਾਂ ਲਿਖਾਂਗੇ x ਤੇ ਇੱਥੇ y। बेटा पहला ਲੈਕਚਰ ਜਿਹੜਾ ਹੈ ਉਹ ਜ਼ਰੂਰ ਦੇਖੋ। ਰਿਫਰੈਕਟਿਵ ਇੰਡੈਕਸ ਡੈਂਸਰ ਮੀਡੀਅਮ ਦਾ μ2, ਬਾਹਰ ਵਾਲਾ ਸਾਡਾ ਰੇਅਰ ਮੀਡੀਅਮ ਹੈ ਤੇ ਇਹਦਾ ਜਿਹੜਾ ਹੈ ਰਿਫਰੈਕਟਿਵ ਇੰਡੈਕਸ ਮੈਂ ਇੱਥੇ ਲਿਖ ਦੇਣਾ ਹੈ ਦਿਸ ਇਜ਼ μ1। ਇੱਥੇ ਚਾਹੋ ਤਾਂ ਤੁਸੀਂ ਲਿਖ ਸਕਦੇ ਹੋ ਡੈਂਸਰ, ਇੱਥੇ ਲਿਖ ਸਕਦੇ ਹੋ ਰੇਅਰ, ਇਹ ਤੁਹਾਡੀ ਮਰਜ਼ੀ ਹੈ। ਇੱਕ ਪਾਸੇ ਰੇਅਰ ਮੀਡੀਅਮ, एक पासे साढ़े को आ गया बेटा डेंसर मीडियम। नाउ इस चीज नु ध्यान नाल देखो। रेयर टू डेंसर, रेयर टू डेंसर का मतलब जिहड़ी साडी ऑब्जेक्ट है ना जिथों लाइट निकलनी है दैट मस्ट बी इन द रेयर मीडियम। रेयर टू डेंसर का मतलब ऑब्जेक्ट साडी रेयर मीडियम च होएगी। ते असीं पिछे भी डिस्कस कीता सी कि जदों भी साडे कोल ਸਫੈਰਿਕਲ ਸਰਫੇਸ ਹੋਣ ਆਬਜੈਕਟ ਨੂੰ ਕਾਦੇ ਨਾਲ ਡਿਨੋਟ ਕਰਦੇ ਆ? ਵਿਦ ਦਾ ਹੈਲਪ ਆਫ ਅ ਪੁਆਇੰਟ ਆਬਜੈਕਟ। ਅਸੀਂ ਆਬਜੈਕਟ ਨੂੰ ਉਹ ਪੁਆਇੰਟ ਦੇ ਨਾਲ ਅਸੀਂ ਇਹਨੂੰ ਆਪਾਂ ਸ਼ੋ ਕਰ ਦਿੱਤਾ। ਆਬਜੈਕਟ ਨੂੰ ਪ੍ਰਿੰਸੀਪਲ ਐਕਸਿਸ ਦੇ ਉੱਪਰ ਅਸੀਂ O ਦੇ ਨਾਲ ਸ਼ੋ ਕਰਤਾ। ਇਥੋਂ ਦੇਖਿਆ ਰੇਅਰ ਟੂ ਡੈਂਸਰ ਹੈ, ਇਹਦਾ ਮਤਲਬ ਹੈ ਕਿ ਆਬਜੈਕਟ ਸਾਡੀ ਜਿਹੜੀ ਹੈ ਉਹ ਰੇਅਰ ਮੀਡੀਅਮ ਚ ਹੋਏਗੀ। ਹਾਂਜੀ ਬੇਟਾ ਕਲੀਅਰ। ਨਾਓ ਇਹਦੀ ਜਿਹੜੀ ਹੈ किते ना किते देखो सर्कल कंप्लीट होंदा इस तरह। ਇਹਦਾ ਇੱਕ ਕਰਵੇਚਰ ਬਣਾ ਕੇ ਇੱਥੇ ਇੱਕ ਲਗਭਗ ਬੇਟਾ ਇਹਦਾ ਜਿਹੜਾ ਹੈ ਸਾਡੇ ਕੋਲ ਆ ਜਾਏਗਾ ਸੈਂਟਰ ਆਫ ਕਰਵੇਚਰ। ਇਹ ਵੀ ਮੈਂ ਤੁਹਾਨੂੰ ਪਿਛਲੇ ਲੈਕਚਰ 'ਚ ਬੇਟਾ ਡਿਟੇਲ ਦੱਸ ਚੁੱਕੀ ਹੈ। ਜਿੰਨੇ ਨਹੀਂ ਦੇਖਿਆ
ਉਹ ਪਹਿਲਾ ਲੈਕਚਰ ਜ਼ਰੂਰ ਦੇਖੋ ਤਾਂ ਤੁਹਾਨੂੰ ਇਹ ਲੈਕਚਰ ਜਿਹੜਾ ਹੈ ਸਾਰਾ ਅੱਛੇ ਤਰੀਕੇ ਨਾਲ ਕਲੀਅਰ ਹੋ ਜਾਏਗਾ। ਨਾਓ ਉਸ ਲੈਕਚਰ ਸਮਝਾਇਆ ਸੀ ਬੇਟਾ ਜਿਹੜੀ ਰੇ ਆਬਜੈਕਟ ਤੋਂ ਪੋਲ ਵੱਲ ਜਾਏਗੀ ਇਟ ਵਿਲ ਗੋ ਸਟ੍ਰੇਟ, ਇਹਨੇ ਬਿਲਕੁਲ ਹੀ ਸਿੱਧਾ ਨਿਕਲ ਜਾਣਾ ਹੈ ਵਿਦਆਊਟ ਐਨੀ ਡੈਵੀਏਸ਼ਨ, ਇਹਨੇ ਬਿਲਕੁਲ ਸਿੱਧਾ ਨਿਕਲ ਜਾਣਾ ਹੈ। ਜਿਹੜੀ ਰੇ ਪ੍ਰਿੰਸੀਪਲ ਐਕਸਿਸ ਦੇ ਉੱਪਰ ਪੋਲ ਦੇ ਅਲੋਂਗ ਆ ਗਈ ਇਟ ਵਿਲ ਗੋ ਐਸ ਸਟ੍ਰੇਟ, ਕਿਉਂਕਿ ਇਹਦਾ I ਵੀ 0 ਹੈ ਤੇ R ਵੀ ਸਾਡਾ ਜਿਹੜਾ ਇਹਦਾ 0 ਐਂਗਲ ਆਫ ਇਨਸੀਡੈਂਸ ਐਂਗਲ ਆਫ ਰਿਫਰੈਕਸ਼ਨ ਦੋਨੋਂ ਹੀ ਬੇਟਾ ਸਾਡੇ 0 ਨੇ। ਉਸ ਤੋਂ ਬਾਅਦ ਦੂਸਰੀ ਰੇ ਅਸੀਂ ਕਿਸੇ ਨਾ ਕਿਸੇ ਪੁਆਇੰਟ ਉੱਪਰ ਸਟ੍ਰਾਈਕ ਕਰਨੀ ਹੈ ਸਰਫੇਸ ਦੇ ਉੱਪਰ, ਜਿੱਥੇ ਮਰਜੀ ਅਸੀਂ ਇੱਕ ਪੁਆਇੰਟ ਲੈ ਲਿਆ, ਕੋਈ ਪੁਆਇੰਟ ਆਪਾਂ ਲੈ ਲੈਂਦੇ ਬੇਟਾ A, ਇੱਥੇ ਜਾ ਕੇ ਇੱਕ ਰੇ ਸਟ੍ਰਾਈਕ ਕੀਤੀ। ਬਸ 2 ਸਟੈਪ ਨੇ ਡਾਇਗਰਾਮ ਬਣਾਉਣ ਵਾਸਤੇ, ਸਿਰਫ 2 ਸਟੈਪ। ਇੱਕ ਰੇ ਪੋਲ ਦੇ ਵਿੱਚੋਂ ਲੰਘਾਣੀ ਹੈ, ਉਹ ਤਾਂ ਸਿੱਧੀ ਨਿਕਲ ਜਾਏਗੀ। ਦੂਸਰੀ ਰੇ ਸਰਫੇਸ ਦੇ ਉੱਪਰ ਕਿਤੇ ਨਾ ਕਿਤੇ ਬੇਟਾ ਆਪਾਂ ਸਟ੍ਰਾਈਕ ਕਰਾਣੀ ਹੈ, ਉਹ ਪੁਆਇੰਟ ਦਾ ਨਾਮ ਤੁਸੀਂ ਰੱਖਣਾ ਹੈ A ਪੁਆਇੰਟ। ਹਾਂਜੀ, ਆਈ ਥਿੰਕ ਕਲੀਅਰ। ਹੁਣ ਜਿੱਥੇ ਰੇ ਸਟ੍ਰਾਈਕ ਕਰੇ ਉੱਥੇ ਆਪਾਂ ਕੀ ਕਰਦੇ ਆ, ਸਭ ਨਾਲੋਂ ਪਹਿਲਾਂ ਅਸੀਂ ਉੱਥੇ ਇੱਕ ਨਾਰਮਲ ਜਿਹੜਾ ਹੈ ਆਪਾਂ ਡਰਾ ਕਰਨਾ ਹੁੰਦਾ ਹੈ। ਤੇ ਨਾਰਮਲ ਅਸੀਂ ਡਰਾ ਕਿਸ ਤਰ੍ਹਾਂ ਕਰਦੇ ਆ, ਡਾਟਡ ਲਾਈਨ ਦੇ ਨਾਲ। ਤੇ ਬੇਟਾ ਪਿਛਲਾ ਜਿਹੜੇ ਬੱਚੇ ਨੇ ਲੈਕਚਰ ਦੇਖਿਆ ਸੀ ਨਾਰਮਲ ਡਰਾ ਕਰਨ ਦਾ ਮੈਂ ਤਰੀਕਾ ਦੱਸਿਆ। ਇਸ ਪੁਆਇੰਟ ਨੂੰ ਸੈਂਟਰ ਆਫ ਕਰਵੇਚਰ ਦੇ ਨਾਲ ਜਿਹੜਾ ਹੈ ਲਾਈਨ ਦੇ ਨਾਲ ਜੋੜ ਦਿਓ, ਸੈਂਟਰ ਆਫ ਕਰਵੇਚਰ ਦੇ ਨਾਲ ਇਹਨੂੰ ਅਸੀਂ ਜੋੜ ਦੇਣਾ ਹੈ। ਨਾਓ ਦਿਸ ਵਿਲ ਬੀ ਆਵਰ ਨਾਰਮਲ, ਇਹ ਸਾਡਾ ਜਿਹੜਾ ਹੈ ਉਹ ਨਾਰਮਲ ਹੋ ਗਿਆ। ਨਾਰਮਲ ਡਰਾ ਕਰਨ ਦਾ ਤਰੀਕਾ, ਜਿਹੜੇ ਪੁਆਇੰਟ ਤੇ ਰੇ ਵੱਜਦੀ ਹੈ ਉਹਨੂੰ ਇੱਕ ਡਾਟਡ ਲਾਈਨ ਦੇ ਨਾਲ ਪੁਆਇੰਟ ਨੂੰ ਸੈਂਟਰ ਆਫ ਕਰਵੇਚਰ ਦੇ ਨਾਲ ਬੇਟਾ ਉਹਨੂੰ ਅਸੀਂ ਜੋੜ ਦਿੱਤਾ। ਨਾਓ ਵਾਟ ਇਜ਼ ਦਿਸ, ਦਿਸ ਇਜ਼ ਇਨਸੀਡੈਂਟ ਰੇ। ਵਾਟ ਇਜ਼ OA, ਇਨਸੀਡੈਂਟ ਰੇ। ਵਾਟ ਇਜ਼ ਦਿਸ, ਇਹ ਸਾਡਾ ਕੀ ਹੈ ਨਾਰਮਲ, ਐਂਡ ਦੈਨ ਇਟ ਇਜ਼ ਇਕੁਅਲ ਟੂ I, ਦਿਸ ਇਜ਼ ਆਵਰ ਐਂਗਲ ਆਫ ਇਨਸੀਡੈਂਸ। ਇਹ ਸਾਡਾ ਬੇਟਾ ਐਂਗਲ ਆਫ ਇਨਸੀਡੈਂਸ ਹੋ ਗਿਆ, ਇਨਸੀਡੈਂਟ ਰੇ ਤੇ ਨਾਰਮਲ ਦੇ ਵਿਚਕਾਰ ਐਂਗਲ ਆਫ ਇਨਸੀਡੈਂਸ। ਨਾਓ ਇਹ ਰੇ ਕਿੱਧਰ ਜਾਏਗੀ, ਰੇਅਰ ਟੂ ਡੈਂਸਰ। ਆ ਦੇਖੋ ਰੇਅਰ ਟੂ ਡੈਂਸਰ, ਆਬਜੈਕਟ ਰੇਅਰ ਮੀਡੀਅਮ ਚ ਚੱਲੀ ਕਿੱਥੇ, ਰੇ ਡੈਂਸਰ ਮੀਡੀਅਮ ਚ। ਤੇ ਜਦੋਂ ਵੀ ਰੇ ਰੇਅਰ ਟੂ ਡੈਂਸਰ ਜਾਏ ਬੇਟਾ ਇੱਕ ਪੁਆਇੰਟ ਤੁਹਾਨੂੰ ਯਾਦ ਹੋਏਗਾ, ਰੇਅਰ ਟੂ ਡੈਂਸਰ ਦ ਰੇ ਵਿਲ ਬੈਂਡ ਟੁਵਾਰਡਸ ਦਾ ਨਾਰਮਲ। ਉਹ ਜਿਹੜੀ ਸਾਡੀ ਰੇ ਹੈ ਉਹ ਨਾਰਮਲ ਵਾਲੇ ਪਾਸੇ ਜਿਹੜੀ ਹੈ ਉਹ ਬੈਂਡ ਹੋ ਜਾਏਗੀ। ਆਹ ਦੇਖੋ ਨਾਰਮਲ, ਇਹ ਨਾਰਮਲ, ਇਹ ਰੇ ਨੇ ਨਾਰਮਲ ਵੱਲ ਮੁੜ ਜਾਣਾ ਹੈ ਐਂਡ ਦਾ ਰੇ ਵਿਲ ਬੈਂਡ ਟੁਵਾਰਡਸ ਨਾਰਮਲ ਐਂਡ ਦਾ ਰੇ ਵਿਲ ਮੀਟ ਐਟ ਦਿਸ ਪੁਆਇੰਟ। ਆਹ ਵਾਲੀ ਰੇ ਦੇਖੋ ਬੇਟਾ, ਇੱਕ ਰੇ ਇੱਥੋਂ ਰਿਫਰੈਕਸ਼ਨ ਹੋ ਕੇ ਆ ਰਹੀ ਹੈ, ਇੱਕ ਰੇ ਜਿਹੜੀ ਆ ਇੱਥੋਂ ਜਿਹੜੀ ਰਿਫਰੈਕਟ ਹੋ ਕੇ ਆ ਗਈ। ਇਹ ਦੋਨੋਂ ਰੇਜ਼ ਇੱਥੇ ਆ ਕੇ ਮੀਟ ਕਰ ਗਈਆਂ। ਜਿੱਥੇ ਇਹ ਦੋਨੋਂ ਰੇਜ਼ ਮੀਟ ਕਰਨਗੀਆਂ ਉੱਥੇ ਸਾਡੇ ਕੋਲ ਜਿਹੜਾ ਹੈ ਇਮੇਜ ਬਣੇਗਾ I। ਹਾਂਜੀ ਬੇਟਾ ਕਲੀਅਰ, ਇਮੇਜ ਉੱਥੇ ਬਣਦਾ ਹੈ ਜਿੱਥੇ ਨੰਬਰ ਆਫ ਰਿਫਰੈਕਟਿੰਗ ਰੇਜ਼ ਮੀਟ, ਜਿੱਥੇ ਰਿਫਰੈਕਸ਼ਨ ਤੋਂ ਬਾਅਦ ਰੇਜ਼ ਮੀਟ ਕਰ ਜਾਣਗੀਆਂ ਇੱਕ ਪੁਆਇੰਟ ਤੇ, ਉੱਥੇ ਸਾਡਾ ਜਿਹੜਾ ਹੈ ਇਮੇਜ ਬਣ ਜਾਂਦਾ ਹੈ। ਇੱਥੇ ਸਿਰਫ ਜਸਟ ਆਪਾਂ 2 ਹੀ ਰੇਜ਼ ਬਣਾਉਣੀਆਂ ਨੇ, ਵੈਸੇ ਚਾਹੋ ਤੇ ਇੱਥੋਂ ਵੀ ਬਣਾ ਸਕਦੇ ਆ, ਸਾਨੂੰ ਉਹਦੀ ਲੋੜ ਨਹੀਂ ਹੈ ਆਰਟੀਕਲ ਪ੍ਰੂਵ ਕਰਨ ਵਾਸਤੇ। ਇੱਕ ਰੇ ਇਧਰੋਂ ਮੁੜ ਕੇ ਆ ਰਹੀ ਹੈ, ਇੱਕ ਰੇ ਬੇਟਾ ਇੱਥੋਂ ਰਿਫਰੈਕਟ ਹੋ ਕੇ ਆਈ ਹੈ, ਦੋਨੋਂ ਰੇਜ਼ ਇੱਥੇ ਮੀਟ ਕਰ ਗਈਆਂ, ਇੱਥੇ ਸਾਡਾ ਬੇਟਾ ਇਮੇਜ ਬਣ ਜਾਏਗਾ। ਇਹ ਜਿਹੜਾ ਇਮੇਜ ਹੈ ਇਟ ਇਜ਼ ਅ ਰੀਅਲ ਇਮੇਜ। ਇਹ ਬੇਟਾ ਯਾਦ ਰੱਖਣਾ ਹੈ, 2 ਤਰ੍ਹਾਂ ਦੇ ਇਮੇਜ ਹੁੰਦੇ ਨੇ, ਇੱਕ ਰੀਅਲ ਇਮੇਜ, ਇੱਕ ਹੁੰਦਾ ਹੈ ਬੇਟਾ ਸਾਡੇ ਕੋਲ ਵਰਚੁਅਲ ਇਮੇਜ। ਇਹ ਇਮੇਜ ਰੀਅਲ ਹੈ, ਰੀਅਲ ਦਾ ਮਤਲਬ ਹੁੰਦਾ ਹੈ ਐਕਚੁਅਲੀ ਹੈਗਾ ਹੈ। ਜਦੋਂ ਰੇਜ਼ ਐਕਚੁਅਲੀ ਮੀਟ ਕਰਨ, ਵਾਕਈ ਰੇ ਰਿਫਰੈਕਸ਼ਨ ਤੋਂ ਬਾਅਦ ਇੱਕ ਜਗ੍ਹਾ ਤੇ ਮੀਟ ਕਰ ਜਾਂਦੀਆਂ ਨੇ, ਤੇ ਅਸੀਂ ਕਹਿੰਦੇ ਆ ਇਹ ਸਾਡਾ ਇਮੇਜ ਜਿਹੜਾ ਹੈ ਰੀਅਲ ਇਮੇਜ ਹੈ। ਤੇ ਜਿੱਥੇ ਐਕਚੁਅਲੀ ਮੀਟ ਨਹੀਂ ਕਰਦੀਆਂ ਬਟ ਦੇ ਅਪੀਅਰ ਟੂ ਮੀਟ, ਲੱਗਦਾ ਹੈ ਕਿ ਇਥੋਂ ਮੀਟ ਕਰਨਗੀਆਂ, ਉਹ ਮੈਂ ਨੈਕਸਟ ਜਿਹੜਾ ਡਾਇਗਰਾਮ ਬਣਾਵਾਂਗਾ ਉਹ ਚ ਸਮਝਾਵਾਂਗਾ, ਉਦੋਂ ਉਹਨੂੰ ਅਸੀਂ ਬੋਲਦੇ ਹਾਂ ਵਰਚੁਅਲ ਇਮੇਜ, ਜਿਹੜਾ ਐਕਚੁਅਲੀ ਹੁੰਦਾ ਨਹੀਂ ਹੈ ਲੇਕਿਨ ਸਾਨੂੰ ਨਜ਼ਰ ਆਉਂਦਾ ਹੈ। ਰੀਅਲ ਵਿੱਚ ਐਕਚੁਅਲੀ ਰੇਜ਼ ਮੀਟ ਕੀਤੀਆਂ, ਦੇਖੋ ਧਿਆਨ ਨਾਲ, ਆਪਣੇ ਆਪ ਰੇ ਦੇਖੋ ਉੱਥੇ ਜਾ ਕੇ ਰਿਫਰੈਕਟ ਹੋਣ ਤੋਂ ਬਾਅਦ ਮੀਟ ਕੀਤੀ। ਹੁਣ ਕੋਈ ਬੱਚਾ ਦੱਸੇ ਕਿ ਆ ਰੇ ਐ ਨੂੰ ਕਿਉਂ ਮੁੜੀ, ਆਪ ਨਹੀਂ ਮੋੜੀ, ਕਿਉਂਕਿ ਚੱਲੀ ਰੇਅਰ ਟੂ ਕਿੱਧਰ ਹੈ, ਡੈਂਸਰ, ਤੇ ਮੁੜਨਾ ਕਿੱਧਰ ਨੂੰ ਹੈ, ਨਾਰਮਲ ਵੱਲ।
ਤੇ ਬੇਟਾ ਆ ਦੇਖੋ ਇਹ ਸਾਡਾ ਨਾਰਮਲ ਹੈ ਤੇ ਉਹਨੂੰ ਉਧਰ ਜਦੋਂ ਨਾਰਮਲ ਵੱਲ ਮੋੜਿਆ ਤੇ ਇਹ ਦੋਨੋਂ ਰੇਜ਼ ਇੱਕ ਜਗ੍ਹਾ ਤੇ ਮੀਟ ਕਰ ਗਈਆਂ। ਇਹ ਸਾਡਾ ਬਣ ਗਿਆ ਬੇਟਾ ਇਮੇਜ ਆਈ। ਇਹ ਡਾਇਗਰਾਮ ਬੇਟਾ ਕਲੀਅਰ। ਨਾਓ ਦਿਸ ਇਜ਼ ਨਾਰਮਲ, ਇਹ ਨਾਰਮਲ, ਇਹ ਤੁਹਾਡੀ ਰੀਫਰੈਕਟਿੰਗ ਰੇ ਤੇ ਆ ਜਿਹੜਾ ਵਿਚਕਾਰ ਐਂਗਲ ਹੈ ਇਸ ਨੂੰ ਅਸੀਂ ਬੋਲਾਂਗੇ ਐਂਗਲ ਆਫ ਰੀਫਰੈਕਸ਼ਨ। this is angle of refraction. What is OA? Incident ray. What is AI? Refracted ray. What is NC? It is normal. Incident ray normal I, refracted ray normal। ਸਾਡੇ ਕੋਲ ਐਂਗਲ ਕਿਹੜਾ ਆ ਗਿਆ ਬੇਟਾ R ਆ ਗਿਆ। ਹਾਂਜੀ ਆਈ ਥਿੰਕ ਕਿ ਤੁਹਾਨੂੰ ਇੱਥੋਂ ਤੱਕ ਜਿਹੜਾ ਹੈ ਆਰਟੀਕਲ ਬੇਟਾ ਤੁਹਾਨੂੰ ਕਲੀਅਰ ਹੋ ਗਿਆ, ਡਾਇਗਰਾਮ ਕਲੀਅਰ ਬੇਟਾ। ਨਾਓ ਜਿਹੜਾ ਐਂਗਲ ਆ ਬੰਦਾ ਦੇਖੋ ਜਿੱਥੇ O ਲਿਖਿਆ ਉੱਥੇ ਤੁਸੀਂ ਅਲਫਾ ਲਿਖ ਦੇਣਾ ਹੈ। ਇਹ ਐਂਗਲ ਅਲਫਾ ਨਾਲ ਡਿਨੋਟ ਕਰਨਾ, ਆਬਜੈਕਟ ਵਾਲਾ ਐਂਗਲ ਅਲਫਾ ਨਾ। ਜਿੱਥੇ ਤੁਸੀਂ I ਲਿਖਿਆ ਉੱਥੇ ਤੁਸੀਂ ਬੇਟਾ ਬੀਟਾ ਲਿਖ ਦੇਣਾ ਹੈ, ਬੀਟਾ ਐਂਗਲ। ਇਮੇਜ ਵਾਲਾ ਐਂਗਲ ਨੂੰ ਬੀਟਾ ਲਿਖ ਦੇਣਾ ਹੈ ਤੇ ਜਿੱਥੇ C ਲਿਖਿਆ, ਜਿੱਥੇ ਸੈਂਟਰ ਆਫ ਕਰਵੇਚਰ ਹੈ, ਉਹ ਵਾਲੇ ਐਂਗਲ ਨੂੰ ਅਸੀਂ ਗਾਮਾ ਲਿਖ ਦੇਣਾ ਹੈ। ਆ ਤਿੰਨ ਐਂਗਲਸ ਨੂੰ ਅਸੀਂ ਡਿਨੋਟ ਕਰ ਦੇਣਾ ਬੇਟਾ। ਹਾਂਜੀ ਕਲੀਅਰ। ਆਬਜੈਕਟ ਵਾਲੇ ਨੂੰ ਅਸੀਂ ਅਲਫਾ ਲਿਖਣਾ ਹੈ, ਇਮੇਜ ਵਾਲੇ ਨੂੰ ਅਸੀਂ ਬੀਟਾ ਨਾਮ ਦੇ ਦੇਣਾ ਹੈ ਤੇ ਜਿਹੜਾ ਸੈਂਟਰ ਆਫ ਕਰਵੇਚਰ ਵਾਲਾ ਐਂਗਲ ਹੈ ਉਹਨੂੰ ਅਸੀਂ ਬੇਟਾ ਗਾਮਾ ਐਂਗਲ ਦਾ ਨਾਮ ਦੇ ਦੇਣਾ ਹੈ। ਭਾਵੇਂ ਅਗਲੇ 5 ਆਰਟੀਕਲ ਮੈਂ ਹੋਰ ਪ੍ਰੂਵ ਕਰਨੇ ਨੇ, ਸਾਰਿਆਂ ਵਿੱਚ ਇਸ ਤਰ੍ਹਾਂ ਹੀ ਨੇਮਿੰਗ ਚੱਲੇਗੀ। ਹਾਂਜੀ ਯਾਦ ਕਰ ਲਓ, ਆਬਜੈਕਟ ਵਾਲੇ ਨਾਲ ਅਲਫਾ, I ਦੇ ਨਾਲ ਬੀਟਾ, C ਵਾਲੇ ਦੇ ਨਾਲ ਬੇਟਾ ਇਹਨੂੰ ਗਾਮਾ ਨਾਮ ਦੇ ਦਿੱਤਾ। ਨਾਓ A ਤੋਂ ਇੱਕ ਅਸੀਂ ਪਰਪੈਂਡੀਕੂਲਰ ਡਰਾ ਕਰ ਦੇਣਾ ਹੈ ਤੇ ਉਸ ਪਰਪੈਂਡੀਕੂਲਰ ਦਾ ਨਾਮ ਹੈਗਾ ਬੇਟਾ AM। ਇਹ ਇੱਕ ਪਰਪੈਂਡੀਕੂਲਰ ਮੈਂ ਡਰਾ ਕਰ ਦਿੱਤਾ AM, ਪ੍ਰਿੰਸੀਪਲ ਐਕਸਿਸ ਦੇ ਉੱਪਰ ਇੱਕ ਮੈਂ ਜਿਹੜਾ ਹੈ ਪਰਪੈਂਡੀਕੂਲਰ ਡਰਾ ਕਰ ਦਿੱਤਾ ਤਾਂ ਜੋ ਸਾਡੀ ਇਹ ਇੱਕ ਰਾਈਟ ਐਂਗਲ ਟ੍ਰਾਇੰਗਲ ਬਣ ਜੇ। ਆ ਦੇਖੋ ਰਾਈਟ ਐਂਗਲ ਟ੍ਰਾਇੰਗਲ, ਇੱਕ ਆ ਵੀ ਰਾਈਟ ਐਂਗਲ ਟ੍ਰਾਇੰਗਲ ਬਣ ਗਈ ਵੱਡੀ, ਇੱਕ ਆ ਵੀ ਰਾਈਟ ਐਂਗਲ ਟ੍ਰਾਇੰਗਲ ਬਣ ਗਈ। ਰਾਈਟ ਐਂਗਲ ਟ੍ਰਾਇੰਗਲ ਬਣਾਉਣ ਵਾਸਤੇ ਮੈਂ ਇੱਥੋਂ ਇੱਕ ਜਿਹੜਾ ਹੈ ਉਹ ਪਰਪੈਂਡੀਕੂਲਰ ਵੀ ਜਿਹੜਾ ਬੇਟਾ ਨੂੰ ਆਪਾਂ ਡਰਾ ਕਰ ਦਿੱਤਾ। ਹਾਂਜੀ ਬੇਟਾ ਇੱਥੋਂ ਤੱਕ ਸਾਰਿਆਂ ਨੂੰ ਕਲੀਅਰ। ਇਹ ਸੀਗਾ ਬੇਟਾ ਸਾਡੀ ਡਾਇਗਰਾਮ ਬਣਾਉਣ ਦਾ ਤਰੀਕਾ। ਇਹ ਸਾਡੀ ਇੱਕ ਕੰਪਲੀਟ ਡਾਇਗਰਾਮ ਬਣ ਚੁੱਕੀ ਹੈ। ਹੁਣ ਜਸਟ ਅਸੀਂ ਇਹਦਾ ਇੱਕ ਆਰਟੀਕਲ ਹੀ ਪ੍ਰੂਵ ਕਰਨਾ ਹੈ। ਆਈ ਥਿੰਕ ਕਿ ਤੁਹਾਨੂੰ ਇਹ ਕਲੀਅਰ ਹੋ ਗਈ। ਪਹਿਲਾਂ ਕਿਹੜੀ ਰੇ ਬਣਾਉਣੀ ਹੈ, ਕਿਹੜੀ ਬਾਅਦ ਚੋਂ ਬਣਾਉਣੀ ਹੈ, ਉਹ ਤੁਹਾਨੂੰ ਬੇਟਾ ਸਾਰਾ ਕਲੀਅਰ ਹੋ ਚੁੱਕਾ ਹੈ। ਨਾਓ ਕਮ ਟੂ ਦਾ ਆਰਟੀਕਲ। ਹੁਣ ਅਸੀਂ ਉਹ ਆਰਟੀਕਲ ਬੇਟਾ ਹੁਣ ਪ੍ਰੂਵ ਕਿਸ ਤਰ੍ਹਾਂ ਕਰਨਾ ਹੈ, ਆਓ ਇਸ ਨੂੰ ਆਪਾਂ ਡਿਸਕਸ ਕਰਦੇ ਹਾਂ। ਰੀਅਰ ਟੂ ਬੇਟਾ ਡੈਂਸਰ ਜੇ। ਰੀਅਰ ਟੂ ਡੈਂਸਰ ਦਾ ਮਤਲਬ ਹੈ ਕਿ ਆਬਜੈਕਟ ਜਿਹੜੀ ਹੈ ਮੇਰੀ ਉਹ ਡੈਂਸਰ ਮੀਡੀਅਮ ਚ ਹੋਏਗੀ। ਆਬਜੈਕਟ ਹੋਣੀ ਮੇਰੀ ਰੀਅਰ ਮੀਡੀਅਮ ਚ ਹੋਏਗੀ, ਠੀਕ ਹੈ। ਰੀਅਰ ਟੂ ਡੈਂਸਰ ਦਾ ਮਤਲਬ ਆਬਜੈਕਟ ਮੇਰੀ ਜਿਹੜੀ ਹੈ ਉਹ ਰੀਅਰ ਮੀਡੀਅਮ ਚ ਹੋਏਗੀ। ਨਾਓ ਹਾਂਜੀ ਬੇਟਾ ਕਲੀਅਰ। ਨਾਓ ਅਕੋਰਡਿੰਗ ਟੂ ਸਟਾਰਟ ਰਾਈਟ ਡਾਊਨ ਨਾਲ ਲਿਖੀ ਚਲੋ ਬੇਟਾ। ਅਕੋਰਡਿੰਗ ਟੂ ਸਨੈਲਸ ਲਾਅ, ਪਹਿਲਾ ਸਟੈਪ ਜਿਹੜਾ ਹੈ ਅਸੀਂ ਸਨੈਲਸ ਲਾਅ ਨੂੰ ਅਪਲਾਈ ਕਰਨਾ ਹੈ। ਸਨੈਲਸ ਲਾਅ ਦਾ ਮਤਲਬ μ sin I over sin R। ਇਹ ਤੁਹਾਨੂੰ ਬੜੇ ਆਰਟੀਕਲ 'ਚ ਅਸੀਂ ਪ੍ਰੂਵ ਕੀਤਾ ਹੈ ਤੇ ਇਹ ਆਰਟੀਕਲ ਦੀ ਸਟਾਰਟਿੰਗ ਨੋਟ ਕਰ ਲਓ, sin I over sin R। ਅਕੋਰਡਿੰਗ ਟੂ ਸਨੈਲਸ ਲਾਅ μ ਇਕੁਅਲ ਟੂ, ਹਾਂਜੀ μ ਕਿਹਦੇ ਇਕੁਅਲ ਹੈ ਬੇਟਾ, sin I ਡਿਵਾਈਡਡ ਬਾय sin R। ਹਾਂਜੀ ਕਲੀਅਰ। ਇੱਥੇ ਆਪਾਂ ਕੁਝ ਲਿਖਦੇ ਹੁੰਦੇ ਆ, ਆਪੇ ਸੋਚੋ। ਲਾਈਟ ਕਿੱਧਰ ਜਾ ਰਹੀ ਹੈ, ਰੀਅਰ ਟੂ ਡੈਂਸਰ। 1 ਤੋਂ किधर जा रही है, 2। ऊपर आएगा 1, नीचे आएगा बेटा 2। लाइट इज गोइंग फ्रॉम फर्स्ट मीडियम टू सेकंड। 1 तो जा रही है 2। इन्हें पढ़ना की है, रिफ्रैक्टिव इंडेक्स ऑफ 2 with respect to 1। इट इज अ रिफ्रैक्टिव इंडेक्स ऑफ 2 with respect to 1। और इधर की बनेगा, इट इज इक्वल टू μ2 over μ1 is equal to sin I divided by sin R। refractive index of 2 with respect to refractive index of first medium। ਹਾਂਜੀ ਬੇਟਾ ਕਲੀਅਰ। μ2 ਨੂੰ μ1 ਦੇ ਨਾਲ ਅਸੀਂ ਇਹਨੂੰ ਆਪਾਂ ਡਿਵਾਈਡ ਕਰ ਦਿੱਤਾ। ਅੱਗੇ ਇੱਕ ਕੰਡੀਸ਼ਨ ਲਗਾਣੀ ਹੈ, ਇਸ ਤੋਂ ਅੱਗੇ ਕੰਡੀਸ਼ਨ ਕੀ ਲਗਾਣੀ ਹੈ ਮੈਂ ਇੱਥੇ ਲਿਖਣ ਲੱਗਾ ਜੇ, ਤੁਸੀਂ ਨੋਟ ਕਰ ਲਓ, ਧਿਆਨ ਰੱਖਣਾ ਹੈ। if angle of incidence, ਆਪਾਂ ਸਿੱਧਾ ਲਿਖ ਦਿੰਦੇ ਆ angle I and angle R are small,
ਜੇ ਐਂਗਲ I ਤੇ ਐਂਗਲ R ਜਿਹੜਾ ਤੁਹਾਡਾ ਸਮਾਲ ਹੋਣ, ਇਹ ਦੋਨੋਂ ਐਂਗਲ ਸਮਾਲ ਹੋਣ I ਤੇ R, ਤੇ ਬੇਟਾ ਫਿਰ ਜਦੋਂ ਸਾਈਨ I ਹੈ ਨਾ then ਸਾਈਨ I ਲਗਭਗ ਇਹਨੂੰ I ਲਿਖ ਦਈਦਾ ਹੈ ਬੇਟਾ, ਮੈਥਮੈਟਿਕਲੀ ਫਾਰਮੂਲੇ ਆ। ਸਾਈਨ ਥੀਟਾ ਨੂੰ ਅਸੀਂ ਕੱਲਾ ਥੀਟਾ ਲਿਖ ਦੇਣਾ ਹੈ, ਕਦੋਂ? ਜਦੋਂ ਥੀਟਾ ਸਮਾਲ ਹੋਵੇ। ਸਿਮਿਲਰਲੀ ਜਿਹੜਾ ਸਾਈਨ R ਹੈ ਇਹਨੂੰ ਵੀ ਲਿਖ ਦਾਂਗੇ ਅਸੀਂ ਸਿੰਪਲ R ਲਿਖ ਦਾਂਗੇ। ਆਹ ਲਾਈਨ ਲਿਖਣੀ ਹੈ, ਇਹਦੇ ਥੱਲੇ ਆਹ ਲਾਈਨ ਲਿਖਣੀ ਹੈ, ਜੇਕਰ ਐਂਗਲਸ I ਤੇ R ਦੋਨੋਂ ਸਮਾਲ ਹੋਣ ਫਿਰ ਸਾਈਨ I ਦੀ ਜਗ੍ਹਾ ਤੇ I ਕਰ ਦੋ, ਸਾਈਨ R ਦੀ ਜਗ੍ਹਾ ਤੇ ਬੇਟਾ ਆਪਾਂ R ਕਰ ਦਾਂਗੇ। ਦਿਸ ਇੰਪਲਾਈ ਸਾਡੇ ਕੋਲ ਕੀ ਬਣੇਗਾ, μ2 divided by μ1 is equal to I over R। ਸਾਈਨ I ਦੀ ਜਗ੍ਹਾ ਤੇ I ਆ ਗਿਆ, ਸਾਈਨ R ਦੀ ਜਗ੍ਹਾ ਤੇ ਸਾਡੇ ਕੋਲ ਕੀ ਆ ਗਿਆ ਬੇਟਾ, R ਆ ਗਿਆ। ਨਾਓ ਕ੍ਰਾਸ ਮਲਟੀਪਲਾਈ, ਇਹਨਾਂ ਨੂੰ ਕ੍ਰਾਸ ਮਲਟੀਪਲਾਈ ਕਰ ਦੋ, ਇਹ ਇੱਧਰ ਆ ਗਿਆ R ਮਲਟੀਪਲਾਈ ਬਾਈ μ2, ਬ੍ਰੈਕਟ ਪਾਉਣ ਦੀ ਲੋੜ ਨਹੀਂ ਹੈ, R into μ2 equal to ਇਧਰੋਂ ਸਾਡੇ ਕੋਲ ਆ ਗਿਆ μ1 ਤੇ ਨਾਲ ਆ ਜਾਏਗਾ ਬੇਟਾ ਸਾਡੇ ਕੋਲ I। ਆ ਮੈਂ μ1 ਇਥੋਂ ਮਟੇ ਦੇਣਾ, ਇੱਥੇ ਲਿਖ ਦਿੰਦਾ ਬੇਟਾ ਤੁਹਾਨੂੰ। ਹਾਂਜੀ ਇਹ ਇੱਧਰ ਚਲਾ ਗਿਆ, ਆ ਇੱਧਰ ਚਲਾ ਗਿਆ। ਕ੍ਰਾਸ ਮਲਟੀਪਲਾਈ ਹੋਣ ਤੋਂ ਬਾਅਦ ਇਹ ਸਾਡੀ ਪਹਿਲੀ ਇਕੁਏਸ਼ਨ ਬਣ ਜਾਏਗੀ। ਜਿੰਨੇ ਵੀ ਤੁਸੀਂ ਆਰਟੀਕਲ ਕਰਨੇ ਨੇ ਸਾਰਿਆਂ ਦੇ ਵਿੱਚ ਇਸ ਤਰ੍ਹਾਂ ਹੀ ਡਰਾਈਵ ਕਰਨਾ ਹੈ, ਸੇਮ ਲਾਈਨਾਂ ਲਿਖਣੀਆਂ ਬੇਟਾ, ਕੋਈ ਟੈਨਸ਼ਨ ਨਹੀਂ ਹੈ। ਬਸ ਡਾਇਗਰਾਮਸ ਜਿਹੜੀਆਂ ਅਗਲੇ ਲੈਕਚਰ ਦੇ ਵਿੱਚ ਤੁਹਾਨੂੰ ਦੇਵਾਂਗਾ, ਡਾਇਗਰਾਮ ਸਮਝ ਲੈਣਾ, ਉਸ ਤੋਂ ਬਾਅਦ ਆਪਣੇ ਆਪ ਇਸੇ ਸਟੈਪ ਦੇ ਵਿੱਚ ਤੁਸੀਂ ਆਰਟੀਕਲ ਪ੍ਰੂਵ ਕਰੀ ਜਾਣੇ ਆ। ਨਾਓ R ਕ੍ਰਾਸ ਮਲਟੀਪਲਾਈ ਕਰ ਲਿਆ ਬੇਟਾ, ਹਾਂਜੀ ਕਲੀਅਰ। ਹੁਣ ਬੇਟਾ ਅਸੀਂ ਵੈਲਿਊ ਲੱਭਣੀ ਆ R ਦੀ ਤੇ ਇੱਕ ਲੱਭਣੀ ਬੇਟਾ I ਦੀ। ਅਗਲਾ ਸਟੈਪ ਹੈਗਾ R ਤੇ I ਦੀ ਅਸੀਂ ਜਿਹੜੀ ਹੈ ਉਹ ਵੈਲਿਊ ਆਪਾਂ ਜਿਹੜੀ ਹੈ ਆਪਾਂ ਉਹਨੂੰ ਫਾਈਂਡ ਆਊਟ ਕਰਾਂਗੇ। ਮੈਂ ਇੱਥੇ ਜਿਹੜਾ ਹੈ ਰੱਬ ਕਰਨ ਲੱਗਾ, ਇਹ ਲਾਈਨ ਤੁਸੀਂ ਲਿਖ ਲਈ ਹੈ। ਨਾਓ R ਤੇ I ਦੀ ਵੈਲਿਊ ਫਾਈਂਡ ਕਰਨੀ ਹੈ। 10th ਕਲਾਸ ਦੇ ਵਿੱਚ ਇੱਕ ਬੇਟਾ ਆਪਾਂ ਥਿਊਰਮ ਪੜ੍ਹੀ ਸੀ, ਟ੍ਰਾਇੰਗਲ ਦੇ ਵਿੱਚ ਜਿਹੜਾ ਐਕਸਟੀਰੀਅਰ ਐਂਗਲ ਹੁੰਦਾ ਹੈ ਬਾਹਰ ਵਾਲਾ ਐਕਸਟਰਨਲ ਐਂਗਲ, ਉਹ ਆਪੋਜੀਟ ਇੰਟੀਰੀਅਰ ਐਂਗਲ ਦੇ ਸਮ ਦੇ ਇਕੁਅਲ ਹੁੰਦਾ ਹੈ। ਇਸ ਤਰ੍ਹਾਂ ਦੇਖੋ ਬੇਟਾ, ਮੰਨ ਲਓ ਵੀ ਆਹ ਟ੍ਰਾਇੰਗਲ ਹੈ, ਜਿਹੜਾ ਆਹ ਐਂਗਲ ਹੈ 1, ਇਹ 2 ਹੈ, ਆਹ ਐਂਗਲ 3 ਹੈ, ਇਹ ਐਂਗਲ 4 ਹੈ। ਜਿਹੜਾ ਬਾਹਰ ਵਾਲਾ ਐਂਗਲ ਹੈ ਦੇਖੋ ਧਿਆਨ ਨਾਲ 1, ਉਹ ਕਿਹਦੇ ਇਕੁਅਲ ਹੋਏਗਾ, ਇਹਦੇ ਬਿਲਕੁਲ ਸਾਹਮਣੇ ਆ ਵਾਲੇ ਅੰਦਰ ਵਾਲੇ ਦੇਖੋ, ਜਿਹੜਾ ਆ ਬਾਹਰ ਵਾਲਾ ਇਹਦੇ ਬਿਲਕੁਲ ਸਾਹਮਣੇ ਅੰਦਰ ਆ ਦੋ ਐਂਗਲ ਨੇ, ਇਹਨਾਂ ਦਾ ਸਮ ਦੇ ਇਕੁਅਲ ਹੋਏਗਾ। ਕਹਿਣ ਦਾ ਮਤਲਬ ਐਂਗਲ ਜਿਹੜਾ 1 ਹੈ ਐਂਗਲ 2 ਪਲੱਸ ਐਂਗਲ ਜਿਹੜਾ ਹੈ 3 ਦੇ ਇਕੁਅਲ ਹੋਏਗਾ। ਹਾਂਜੀ ਬੇਟਾ ਕਲੀਅਰ ਹੈ। ਜਿਹੜਾ ਬਾਹਰ ਵਾਲਾ ਐਂਗਲ ਹੈ ਉਹ ਟ੍ਰਾਇੰਗਲ ਦੇ ਅੰਦਰ ਬਿਲਕੁਲ ਆਪੋਜੀਟ, ਇਹਦੇ ਬਿਲਕੁਲ ਆਪੋਜੀਟ ਜਿਹੜੇ ਅੰਦਰ ਵਾਲੇ ਐਂਗਲ ਨੇ ਉਹਨਾਂ ਨੂੰ ਪਲੱਸ ਕਰ ਲਓ। ਅੱਛਾ ਤਾਂ ਜੇ ਇਹਨੂੰ ਮੈਂ ਇੱਥੇ ਐ ਕਰ ਦਵਾਂ, ਆਹ ਐਂਗਲ ਹੈ ਮੇਰਾ ਬਾਹਰ ਵਾਲਾ ਨੰਬਰ 6, ਪਲੀਜ਼ ਟੈਲ ਇਹ 6 ਐਂਗਲ ਕੀ ਦੇ ਇਕੁਅਲ ਹੋਏਗਾ ਆਪੇ ਦੱਸੋ। 6 ਦੇ ਆਪੋਜੀਟ ਆਹ ਸਾਈਡ ਹੈ, 4 ਤੇ ਪਲੱਸ 3 ਦੇ ਇਕੁਅਲ ਹੋਏਗਾ। ਤੇ ਜੇ ਬੇਟਾ ਇਹਨੂੰ ਅਸੀਂ ਇਸ ਤਰ੍ਹਾਂ ਕਰ ਦਿੰਦੇ ਆ, ਆਹ ਐਂਗਲ ਦੇ ਦਿੰਦੇ ਤੁਹਾਨੂੰ ਨੰਬਰ 7, ਮੰਨ ਲਓ ਆਹ ਐਂਗਲ ਦਾ ਨਾਮ ਹੈ 7 ਐਂਗਲ ਹੈ, ਐਂਗਲ 7 ਕਿਹਦੇ ਕੋਲ ਹੋਏਗਾ, ਬਿਲਕੁਲ ਆਪੋਜੀਟ ਆ ਜਾਓ, ਇਹਨਾਂ ਦੋਨਾਂ ਦੇ ਸਮ ਦੇ ਇਕੁਅਲ ਹੋਏਗਾ। ਆਹ ਥਿਊਰਮ ਹੈ ਬੇਟਾ, ਇਹ ਥਿਊਰਮ ਬੇਟਾ ਮੈਂ ਇੱਥੇ ਅਪਲਾਈ ਕਰਨੀ ਜੇ। ਨਾਓ ਪਹਿਲਾਂ ਦੇਖੋ ਐਂਗਲ I, ਆਹ ਬੇਟਾ ਐਂਗਲ I, ਇਹ ਅੰਦਰ ਹੈ ਕਿ ਬਾਹਰ ਹੈ ਸੋਚੋ। ਇਹ ਟ੍ਰਾਇੰਗਲ ਦੇ ਅੰਦਰ ਹੈ ਕਿ ਬਾਹਰ ਹੈ, ਇਹ ਤੇ ਕੋਈ ਟ੍ਰਾਇੰਗਲ ਹੈ ਹੀ ਨਹੀਂ, ਇਹ ਟ੍ਰਾਇੰਗਲ ਦੇ ਬਾਹਰ ਹੈ। ਹੁਣ ਦੇਖੋ ਕਿਹੜੀ ਟ੍ਰਾਇੰਗਲ ਹੈ, ਦੇਖੋ ਧਿਆਨ ਨਾਲ, ਆਹ ਦੇਖੋ ਇਹ ਆਹ ਲਾਈਨ ਸਿੱਧੀ ਜਾ ਰਹੀ ਹੈ, ਆਹ ਦੇਖੋ ਆਹ ਜੇ ਸਾਡੀ ਵੱਡੀ ਟ੍ਰਾਇੰਗਲ, ਆਹ ਟ੍ਰਾਇੰਗਲ ਜੇ, ਇਸ ਟ੍ਰਾਇੰਗਲ ਦੇ ਬਾਹਰ ਵਾਲਾ ਐਂਗਲ ਹੈ ਬੇਟਾ I। ਹਾਂਜੀ ਬੇਟਾ ਕਲੀਅਰ। ਫਿਰ ਦੇਖੋ ਐਂਗਲ I ਇਸ ਟ੍ਰਾਇੰਗਲ ਦੇ ਬਾਹਰ ਵਾਲਾ ਐਂਗਲ ਹੈ। ਹੁਣ ਦੱਸੋ I ਕਿਹਦੇ ਇਕੁਅਲ ਹੋਏਗਾ। ਨਾਓ ਐਂਗਲ I ਇਕੁਅਲ ਟੂ, ਹਾਂਜੀ ਪਹਿਲਾਂ ਦੇਖੋ I ਇੰਟੀਰੀਅਰ ਹੈ ਕਿ ਐਕਸਟੀਰੀਅਰ, ਐਕਸਟੀਰੀਅਰ ਹੈ ਬਾਹਰ ਹੈ। ਹੁਣ ਦੇਖੋ ਟ੍ਰਾਇੰਗਲ ਕਿਹੜੀ ਹੈ, ਆਹ ਦੇਖੋ ਇੱਥੋਂ ਲਾਈਨ ਸ਼ੁਰੂ ਕਰੋ, ਇਧਰ ਨਾ ਤੁਰ ਪਿਓ ਕਿਤੇ, ਐ ਨੂੰ ਨਹੀਂ ਜਾਣਾ, ਬਿਲਕੁਲ ਸਿੱਧਾ। ਆਹ ਦੇਖੋ ਆਹ ਜੇ ਟ੍ਰਾਇੰਗਲ, ਹੁਣ ਇਹਦੇ ਆਪੋਜੀਟ ਆ ਜਾਓ, ਇੱਕ ਆ ਐਂਗਲ ਬਣਦਾ ਹੈ ਤੇ ਇੱਕ ਆ ਐਂਗਲ ਹੈ। ਇਹਦੇ ਵੱਲ I ਕਿਹਦੇ ਇਕੁਅਲ ਹੈ, ਇਟ ਇਜ਼ ਅਲਫਾ ਪਲੱਸ ਗਾਮਾ, ਅਲਫਾ ਪਲੱਸ ਗਾਮਾ ਦੇ ਇਕੁਅਲ ਹੋ ਗਿਆ। ਹਾਂਜੀ ਕਲੀਅਰ। ਨਾਓ ਹੁਣ ਦੂਜੇ ਪਾਸੇ ਆਓ, R ਵੀ ਲੱਭਣਾ ਆਪਾਂ, I ਲੱਭਣਾ ਤੇ R ਲੱਭਣਾ। ਹਾਂਜੀ ਬੇਟਾ R ਦੇਖੋ, ਆਹ R ਹੈ। ਹੁਣ R ਧਿਆਨ ਨਾਲ ਦੇਖੋ,
ਇਹ ट्राइंगल ਦੇ ਅੰਦਰ ਹੈ ਕਿ ਬਾਹਰ ਹੈ? ਨਾਓ ਦਿਸ ਐਂਗਲ ਇਜ਼ ਇੰਟੀਰੀਅਰ, ਬੇਟਾ ਇਹਦੇ ਅੰਦਰ ਹੈ, ਇਹ ਆਰ ਅੰਦਰ ਆ ਗਿਆ। ਹੁਣ ਦੱਸੋ ਇਸ ट्राइंगल ਦਾ ਬਾਹਰਲਾ ਐਂਗਲ ਕਿਹੜਾ ਹੈ? ਆ ਧਿਆਨ ਨਾਲ ਦੇਖੋ, ਕਈ ਬੱਚੇ ਕਹਿਣਗੇ ਸਰ ਆਈ, ਪਰ ਧਿਆਨ ਨਾਲ ਦੇਖੋ ਆ ਲਾਈਨ ਇਥੋਂ ਵਿੰਗੀ ਹੋ ਗਈ ਜੇ, ਇਹ ਨਹੀਂ ਹੈਗੀ ਲਾਈਨ, ਆ ਬਿਲਕੁਲ ਸਿੱਧੀ ਆ ਰਹੀ ਹੈ। ਇਹਦਾ ਬਾਹਰਲਾ ਐਂਗਲ ਕਿਹੜਾ ਹੈ? ਗਾਮਾ। ਇਸ ट्राइंगल ਦੇ ਵਿੱਚ ਬਾਹਰ ਵਾਲਾ ਐਂਗਲ ਕਿਹੜਾ ਹੈ? ਗਾਮਾ। ਨਾਓ ਗਾਮਾ ਇਕੁਅਲ ਟੂ ਜਿਹੜਾ ਬਾਹਰ ਵਾਲਾ ਐਂਗਲ ਹੈ ਅੰਦਰ ਵਾਲੇ ਆਪੋजिट ਐਂਗਲ ਦਾ ਸਮ ਕਰ ਲਓ। ਬੜੋ ਕਿਹਦੇ ਇਕੁਅਲ ਆਏਗਾ? r ਪਲੱਸ ਸਾਡੇ ਕੋਲ ਕਿੰਨਾ ਆ ਗਿਆ ਬੇਟਾ? ਬੀਟਾ। r ਤੇ ਬੀਟਾ ਦਾ ਆਪਾਂ ਕੀ ਕਰ ਲਿਆ? ਸਮ। ਗਾਮਾ ਤੇ ਵਿੱਚੋਂ r ਨਿਕਾਲ ਲਓ। ਦਿਸ ਇੰਪਲਾਈ r ਦੀ ਵੈਲਿਊ ਕਿੰਨੀ ਆਏਗੀ? ਸਾਡੇ ਕੋਲ ਆ ਗਈ ਗਾਮਾ ਮਾਈਨਸ ਬੀਟਾ। ਅਸੀਂ i ਵੀ ਫਾਈਂਡ ਕਰ ਲੈਣਾ ਬੇਟਾ, r ਵੀ ਫਾਈਂਡ ਕਰ ਲੈਣਾ ਹੈ। ਹਰ ਆਰਟੀਕਲ ਦੇ ਵਿੱਚ ਅਸੀਂ ਬੇਟਾ ਇਸ ਤਰ੍ਹਾਂ ਹੀ ਚੱਲਣਾ ਹੈ। i ਵੀ ਆ ਗਿਆ ਸਾਡੇ ਕੋਲ ਬੇਟਾ, r ਵੀ ਆ ਗਿਆ। ਇਹ ਦੋਨੋਂ ਵੈਲਿਊਜ਼ ਬੇਟਾ ਆਪਾਂ ਇੱਥੇ ਜਿਹੜੀ ਹੈ ਉਹ ਆਪਾਂ ਪੁੱਟ ਕਰਨ ਲੱਗੇ ਆ। ਨਾਓ ਪੁੱਟ ਦਾ ਵੈਲਿਊਜ਼ ਇਨ ਇਕੁਏਸ਼ਨ ਨੰਬਰ 1 ਇੱਥੇ ਪੁੱਟ ਕਰ ਦੋ। r ਦੀ ਜਗ੍ਹਾ ਤੇ ਕੀ ਆ ਗਿਆ ਸਾਡੇ ਕੋਲ? ਹਾਂਜੀ ਗਾਮਾ ਮਾਈਨਸ ਬੀਟਾ ਮਲਟੀਪਲਾਈ ਬਾय μ2 ਇਕੁਅਲ ਟੂ i ਦੀ ਜਗ੍ਹਾ ਤੇ ਕਿੰਨਾ ਆ ਗਿਆ ਸਾਡੇ ਕੋਲ? ਅਲਫਾ, ਤੇ ਨਾਲ ਸਾਡੇ ਕੋਲ ਕਿੰਨਾ ਆ ਗਿਆ? ਅਲਫਾ ਪਲੱਸ ਆ ਗਿਆ ਸਾਡੇ ਕੋਲ ਗਾਮਾ, ਤੇ ਨਾਲ ਕੀ ਆ ਗਿਆ ਬੇਟਾ? ਬਾਹਰ ਆ ਗਿਆ ਸਾਡੇ ਕੋਲ μ1। ਇੱਥੋਂ ਤੱਕ ਬੇਟਾ ਤੁਹਾਨੂੰ ਆ ਵੈਲਿਊ ਸਾਰੀ ਜਿਹੜੀ ਹੈ ਉਹ ਤੁਹਾਨੂੰ ਕਲੀਅਰ ਹੋ ਗਈ। ਨਾਓ ਅਸੀਂ ਕੀ ਲਿਖਿਆ ਸੀ? ਇਫ i ਤੇ r ਸਮਾਲ। ਹੁਣ i r ਖਤਮ ਹੋ ਗਏ, ਹੁਣ ਅਲਫਾ ਬੀਟਾ ਚ ਆ ਗਿਆ ਕੰਮ। ਅਲਫਾ ਬੀਟਾ ਗਾਮਾ ਆ ਗਏ, i ਵੀ ਖਤਮ ਹੋ ਗਿਆ, ਹੁਣ ਆ ਗਿਆ ਅਲਫਾ ਬੀਟਾ ਗਾਮਾ। ਹੁਣ ਲਾਈਨ ਫਿਰ ਲਿਖਾਂਗੇ ਇਫ ਅਲਫਾ ਬੀਟਾ ਗਾਮਾ ਆਰ ਸਮਾਲ। बेटा ਇਹ ਕੁਝ ਅਜ਼ੰਪਸ਼ਨਸ ਨੇ, ਇਹੀ ਮੰਨ ਕੇ ਚੱਲਦੇ ਆ। ਇਫ ਅਲਫਾ ਬੀਟਾ ਗਾਮਾ ਆਰ ਸਮਾਲ, ਜੇ ਇਹ ਸਮਾਲ ਨੇ ਦੈਨ ਅਲਫਾ ਨੂੰ ਅਸੀਂ ਲਿਖ ਸਕਦੇ ਆ ਬੇਟਾ tan ਅਲਫਾ। ਜਿਵੇਂ sin ਅਲਫਾ ਨੂੰ ਅਲਫਾ, ਜੇ ਐਂਗਲ ਸਮਾਲ ਹੋਣ, ਜੇ ਅਸੀਂ sin ਛੱਡ ਸਕਦੇ ਆ ਤੇ ਬੇਟਾ ਅਸੀਂ ਕੋਈ ਨਾ ਕੋਈ ਜਿਹੜਾ ਟ੍ਰਿਗੋਨੋਮੈਟਰੀ ਵਿੱਚੋਂ ਲਗਾ ਵੀ ਸਕਦੇ ਆ। cos ਨੂੰ ਛੱਡ ਕੇ, cos ਨਹੀਂ ਲਗਾਣਾ, sin ਤੇ tan ਦੇ ਵਿੱਚੋਂ ਹੀ ਚੱਲਣਾ ਹਮੇਸ਼ਾ। ਹਾਂਜੀ ਬੇਟਾ ਕਲੀਅਰ? sin ਤੇ tan, ਜੇ ਮੈਂ ਬੋਲਾਂ ਅਲਫਾ ਸਮਾਲ ਹੈ, ਤੁਸੀਂ sin ਅਲਫਾ ਦੀ ਜਗ੍ਹਾ ਤੇ ਅਲਫਾ ਲਿਖ ਦਿਓ। ਮੈਂ ਬੋਲਾਂ ਅਲਫਾ ਸਮਾਲ ਹੈ, tan ਅਲਫਾ ਦੀ ਜਗ੍ਹਾ ਤੇ ਅਲਫਾ ਲਿਖ ਸਕਦੇ ਆ। ਤੇ ਅਲਫਾ ਦੀ ਜਗ੍ਹਾ ਤੇ ਭਾਵੇਂ sin ਅਲਫਾ ਕਰ ਲਓ, ਭਾਵੇਂ ਅਲਫਾ ਦੀ ਜਗ੍ਹਾ ਤੇ tan ਅਲਫਾ ਕਰ ਲਓ। ਮੈਂ ਇੱਥੇ ਕਿਹੜਾ ਕਰ ਰਿਹਾ? tan। ਇਫ ਅਲਫਾ ਬੀਟਾ ਆਰ ਸਮਾਲ, ਅਲਫਾ ਨੂੰ tan ਅਲਫਾ, ਬੀਟਾ ਨੂੰ ਵੀ ਤੁਸੀਂ ਕਨਵਰਟ ਕਰ ਦੇਣਾ tan ਬੀਟਾ, ਤੇ ਗਾਮਾ ਨੂੰ ਵੀ ਤੁਸੀਂ ਕਨਵਰਟ ਕਰ ਦੇਣਾ ਬੇਟਾ ਕਾਹਦੇ ਵਿੱਚ? tan ਗਾਮਾ ਚ। ਤੇ ਇਹ ਇਕੁਏਸ਼ਨ ਜਿਹੜੀ ਹੈ ਸਾਡੀ ਕੀ ਬਣ ਜਾਏਗੀ? ਦੇਅਰਫੋਰ ਅਬਵ ਇਕੁਏਸ਼ਨ ਵਿਲ ਬਿਕਮ, ਸਾਡੇ ਕੋਲ ਜਿਹੜੀ ਹੈ ਉੱਪਰਲੀ ਇਕੁਏਸ਼ਨ ਜਿਹੜੀ ਹੈ ਹੁਣ ਸਾਡੇ ਕੋਲ ਕੀ ਬਣ ਜਾਏਗੀ? ਇਹਦੀ ਜਗ੍ਹਾ ਤੇ ਆ ਜਾਏਗਾ tan ਗਾਮਾ ਮਾਈਨਸ ਬੀਟਾ ਦੀ ਜਗ੍ਹਾ ਤੇ ਆ ਜਾਏਗਾ ਬੇਟਾ tan ਬੀਟਾ, ਬਾਹਰ ਲੱਗ ਜਾਏਗਾ ਸਾਡੇ ਕੋਲ μ2, ਅੱਗੇ ਆ ਗਿਆ ਅਲਫਾ, ਇਹਦੀ ਜਗ੍ਹਾ ਤੇ ਆ ਜਾਏਗਾ ਬੇਟਾ tan ਅਲਫਾ ਪਲੱਸ, ਇੱਥੇ y ਲਿਖ ਦੇਣਾ ਮੈਂ ਸਾਈਡ ਤੇ, tan ਅਲਫਾ ਪਲੱਸ ਅੱਗੇ ਆ ਜਾਏਗਾ ਸਾਡੇ ਕੋਲ tan ਗਾਮਾ, ਤੇ ਬਾਹਰ ਸਾਡੇ ਕੋਲ ਬੇਟਾ ਆ ਗਿਆ μ1। ਦਿਸ ਇਜ਼ ਇਕੁਏਸ਼ਨ ਨੰਬਰ 3। ਇਹਨੂੰ 2 ਪਾ ਲਓ, ਜਿਹੜੀ ਆ ਇਕੁਏਸ਼ਨ ਸੀ ਮੈਂ ਇਹਨੂੰ 2 ਕਰ ਦਿੱਤਾ, ਉਹਨੂੰ ਮੈਂ ਇਕੁਏਸ਼ਨ ਨੰਬਰ 3 ਕਰਤਾ। ਹਾਂਜੀ ਬੇਟਾ ਕਲੀਅਰ? ਸਿੰਪਲੀ ਗਾਮਾ ਨੂੰ tan ਚ ਬਦਲ ਦੇਣਾ ਹੈ, ਜਿੱਥੇ ਗਾਮਾ ਬੀਟਾ ਅਲਫਾ ਦੇ ਨਾਲ ਕੀ ਲਗਾ ਦੇਣਾ ਹੈ? ਅਸੀਂ ਸਿਰਫ ਤੇ ਸਿਰਫ ਜਿਹੜਾ ਹੈ ਉੱਥੇ ਆਪਾਂ ਇਹਨੂੰ tan ਦੇ ਵਿੱਚ ਜਿਹੜਾ ਹੈ ਇਹਨੂੰ ਆਪਾਂ ਕਨਵਰਟ ਕਰ ਦੇਣਾ। ਆਈ ਥਿੰਕ ਬੇਟਾ ਤੁਸੀਂ ਇਸ ਤੱਕ ਨੋਟ ਕਰ ਲਿਆ। ਮੈਂ ਉੱਪਰੋਂ ਜਿਹੜਾ ਹੈ ਨਾਲ ਦੇ ਨਾਲ ਰੱਬ ਕਰ ਰਿਹਾ ਕਿਉਂਕਿ ਮੇਰੇ ਕੋਲ ਜਿਹੜਾ ਹੈ ਬਲੈਕ ਬੋਰਡ ਵਿੱਚ ਜਗ੍ਹਾ ਜਿਹੜੀ ਹੈ ਘੱਟ ਹੈ। ਨਾਓ ਪਲੀਜ਼ ਟੈਲ what is tan gamma? tan gamma ਦੇਖੋ ਆ ਰਾਈਟ ਐਂਗਲ ਟ੍ਰਾਇੰਗਲ ਦੇਖੋ ਗਾਮਾ ਵਾਲੀ, ਗਾਮਾ ਵਾਸਤੇ ਆ ਰਾਈਟ ਐਂਗਲ ਟ੍ਰਾਇੰਗਲ। ਨਾਓ tan ਗਾਮਾ ਇਕੁਅਲ ਟੂ, ਕੌਣ ਦੱਸੇਗਾ ਬੇਟਾ tan ਗਾਮਾ ਦੀ ਵੈਲਿਊ? tan ਦਾ ਫਾਰਮੂਲਾ ਪਰਪੈਂਡੀਕੂਲਰ ਓਵਰ ਬੇਸ, ਪਰਪੈਂਡੀਕੂਲਰ ਨੂੰ ਬੇਸ ਨਾਲ ਡਿਵਾਈਡ ਕਰੋ। ਆ ਬੇਟਾ tan ਗਾਮਾ ਵਾਲੀ ਟ੍ਰਾਇੰਗਲ, परपेंडिकुलर डिवाइडेड बाय बेस, परपेंडिकुलर आ गया AM डिवाइडेड बाय साडे कोल आ गया MC,
ਪਰਪੈਂਡੀਕੂਲਰ ਨੂੰ ਡਿਵਾਈਡ ਕਰ ਦੇਣਾ ਅਸੀਂ ਬੇਸ ਦੇ ਨਾਲ। ਆਹ ਸਾਡਾ ਬੇਸ ਆ ਗਿਆ। ਤੇ ਦੂਜੇ ਪਾਸੇ ਆਓ, tan ਅਲਫਾ ਕਿੰਨਾ ਆਏਗਾ, ਅਲਫਾ ਵਾਲੀ ਟ੍ਰਾਇੰਗਲ, ਆਹ ਬੇਟਾ ਦੇਖੋ ਅਲਫਾ ਵਾਲੀ ਟ੍ਰਾਇੰਗਲ ਹੈਗੀ ਜੇ, ਆਹ ਅਲਫਾ ਵਾਲੀ ਰਾਈਟ ਐਂਗਲ ਟ੍ਰਾਇੰਗਲ। ਕੀ ਫਾਰਮੂਲਾ ਹੁੰਦਾ ਹੈ, ਪਰਪੈਂਡੀਕੂਲਰ, ਪਰਪੈਂਡੀਕੂਲਰ ਕਿਹੜਾ ਆਏਗਾ ਸਾਡੇ ਕੋਲ AM, ਤੇ ਬੇਸ ਕਿਹੜਾ ਆਏਗਾ MO, ਬੇਸ ਆ ਗਿਆ ਸਾਡੇ ਕੋਲ MO। ਤੇ ਇੱਕ ਹੋਰ ਰਹਿ ਗਿਆ tan ਬੀਟਾ, ਹਾਂਜੀ tan ਬੀਟਾ ਵਾਲੀ ਟ੍ਰਾਇੰਗਲ, ਆ ਜੇ ਸਾਡੀ ਬੇਟਾ tan ਬੀਟਾ ਵਾਲੀ ਰਾਈਟ ਐਂਗਲ ਟ੍ਰਾਇੰਗਲ। ਹਾਂਜੀ ਕਲੀਅਰ। ਇਹਦੇ ਵਿੱਚ ਕਿੰਨਾ ਆਏਗਾ tan ਬੀਟਾ ਦਾ ਫਾਰਮੂਲਾ, ਪਰਪੈਂਡੀਕੂਲਰ ਓਵਰ ਬੇਸ, ਆਹ ਟ੍ਰਾਇੰਗਲ ਹੈ ਬੇਟਾ ਦੇਖੋ M ਤੋਂ I ਤੱਕ, ਇਟ ਇਜ਼ ਇਕੁਅਲ ਟੂ MI। ਹੁਣ ਇਹ ਸਾਰੀ ਵੈਲਿਊਜ਼ ਜਿਹੜੀਆਂ ਮੈਂ ਇਕੁਏਸ਼ਨ ਨੰਬਰ 3 ਦੇ ਵਿੱਚ ਜਿਹੜੀਆਂ ਹੈ ਇਹ ਪੁੱਟ ਕਰਨ ਲੱਗਾ। ਨਾਓ ਇਕੁਏਸ਼ਨ ਨੰਬਰ 3 ਵਿਲ ਬਿਕਮ, ਇਕੁਏਸ਼ਨ ਨੰਬਰ ਸਾਡੀ 3 ਕੀ ਬਣ ਜਾਏਗੀ, ਨਾਓ ਇਕੁਏਸ਼ਨ 3 ਵਿਲ ਬਿਕਮ, ਹਾਂਜੀ ਇਕੁਏਸ਼ਨ ਨੰਬਰ 3 ਇੱਥੇ ਲਿਖਣ ਲੱਗਾ ਦੇਖੋ tan ਗਾਮਾ, tan ਗਾਮਾ ਦੀ ਜਗ੍ਹਾ ਤੇ ਸਾਡੇ ਕੋਲ ਆ ਗਿਆ AM ਓਵਰ ਆ ਗਿਆ ਬੇਟਾ MC, AM ਓਵਰ MC ਮਾਈਨਸ tan ਬੀਟਾ, ਹਾਂਜੀ tan ਬੀਟਾ ਦੀ ਜਗ੍ਹਾ ਦੇ ਉੱਤੇ ਸਾਡੇ ਕੋਲ ਆ ਗਿਆ AM ਓਵਰ ਆ ਗਿਆ MI, tan ਅਲਫਾ, tan ਅਲਫਾ ਦੀ ਜਗ੍ਹਾ ਤੇ ਸਾਡੇ ਕੋਲ ਆ ਗਿਆ AM ਓਵਰ ਆ ਗਿਆ ਬੇਟਾ MO, ਅੱਗੇ ਆ ਗਿਆ tan ਗਾਮਾ, tan ਗਾਮਾ ਦੀ ਜਗ੍ਹਾ ਤੇ ਦੁਬਾਰਾ ਆ ਗਿਆ ਸਾਡੇ ਕੋਲ AM ਓਵਰ ਕਿੰਨਾ ਆ ਗਿਆ ਸਾਡੇ ਕੋਲ MC। ਇਹ ਸਾਡੀ ਜਿਹੜੀ ਹੈ ਇਕੁਏਸ਼ਨ ਨੰਬਰ 3 ਦੇ ਵਿੱਚ ਅਸੀਂ ਉਹ ਵੈਲਿਊ ਪੁੱਟ ਕਰ ਦਿੱਤੀ ਬੇਟਾ। ਆ ਮੈਂ ਇਕੁਏਸ਼ਨ ਨੰਬਰ 3 ਦੇ ਵਿੱਚ ਜਿਹੜੀ ਹੈ ਉਹ ਵੈਲਿਊ ਜਿਹੜੀ ਮੈਂ ਪੁੱਟ ਕਰ ਦਿੱਤੀ ਹੈ। ਨਾਓ ਇਸ ਤੋਂ ਬਾਅਦ ਅਸੀਂ ਕੀ ਕਰਨਾ ਹੈ, ਨਾਓ ਅੱਗੇ ਕੀ ਕੀਤਾ ਬੇਟਾ ਦੇਖੋ AM 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 ਇਹਨਾਂ ਚੋਂ ਕਾਮਨ ਆ ਗਿਆ, AM ਜਦੋਂ ਬਾਹਰ ਆ ਗਿਆ ਇਹਨਾਂ ਦੋਨਾਂ ਚੋਂ ਵੀ AM ਬਾਹਰ ਆ ਗਿਆ, AM ਨਾਲ AM ਜਿਹੜਾ ਹੈ ਕੈਨਸਲ ਹੋ ਗਿਆ, ਸਾਡੇ ਕੋਲ ਬਚ ਗਿਆ 1 ਓਵਰ MC ਮਾਈਨਸ 1 ਓਵਰ MI ਇਕੁਅਲ μ2 ਇਕੁਅਲ 1 ਓਵਰ MO ਪਲੱਸ 1 ਓਵਰ MC। ਮਤਲਬ AM ਨੂੰ ਕਾਮਨ ਕੱਢ ਕੇ ਦੋਨਾਂ ਸਾਈਡਾਂ ਤੋਂ ਮੈਂ ਕੈਨਸਲ ਕਰਤਾ। ਕਲੀਅਰ। ਹੁਣ ਇੱਕ ਹੋਰ ਕੰਡੀਸ਼ਨ ਲਗਾਣੀ ਹੈ। ਪਹਿਲੀ ਕੰਡੀਸ਼ਨ ਕੀ ਸੀ, I ਤੇ R ਸਮਾਲ, ਦੂਜੀ ਕੰਡੀਸ਼ਨ ਕੀ ਸੀ, ਅਲਫਾ ਬੀਟਾ ਗਾਮਾ ਸਮਾਲ, ਤੀਜੀ ਕੰਡੀਸ਼ਨ ਕੀ ਹੈ ਬੇਟਾ, ਅਪਰਚਰ ਆਫ ਦਾ ਸਰਫੇਸ ਇਜ਼ ਸਮਾਲ। ਅਪਰਚਰ ਬੇਟਾ ਆ ਅਪਰਚਰ ਜਿਹੜੀ ਗੁਲਾਈ ਹੈ ਡਾਇਆਮੀਟਰ, ਜੇ ਇਹ ਸਮਾਲ ਹੋਵੇ ਮੰਨ ਲਓ ਗੁਲਾਈ ਘੱਟ ਹੈ, ਬਿਲਕੁਲ ਗੁਲਾਈ ਘੱਟ ਹੋਏਗੀ, ਕਰਵ ਘੱਟ ਹੋਏਗਾ, ਫਿਰ M ਪੁਆਇੰਟ ਕਿਹਦੇ ਲਾਗੇ ਆ ਜਾਏਗਾ, ਜਦੋਂ ਇਹ ਗੁਲਾਈ ਘੱਟ ਹੋਏਗੀ ਤੇ P ਪੁਆਇੰਟ ਤੇ M ਪੁਆਇੰਟ ਦੋਨੋਂ ਨੀਅਰ ਹੋਣਗੇ, ਫਿਰ ਭਾਵੇਂ ਤੁਸੀਂ ਇਹਨੂੰ MC ਲਿਖੋ ਭਾਵੇਂ ਇਹਨੂੰ PC ਲਿਖੋ। ਜਦੋਂ M ਪੁਆਇੰਟ P ਦੇ ਨੀਅਰ ਹੋਏਗਾ, ਜਦੋਂ ਮੇਰਾ M ਪੁਆਇੰਟ P ਦੇ ਨੀਅਰ ਹੋਏਗਾ ਉਦੋਂ MC ਨੂੰ PC ਲਿਖੋ, MI ਨੂੰ PI ਲਿਖੋ, MO ਨੂੰ ਅਸੀਂ ਕਨਵਰਟ ਕਰ ਦਾਂਗੇ PO। ਕਹਿਣ ਦਾ ਜਿੱਥੇ ਜਿੱਥੇ M ਹੈ ਉਹਨਾਂ ਨੂੰ ਅਸੀਂ P ਦੇ ਵਿੱਚ ਕਨਵਰਟ ਕਰ ਦੇਣਾ ਹੈ, ਕਿਉਂਕਿ ਸਾਰੇ ਡਿਸਟੈਂਸ ਅਸੀਂ ਬੇਟਾ ਪੋਲ ਤੋਂ ਮੈਜ਼ਰ ਕਰਦੇ ਹਾਂ, ਸਾਰੇ ਡਿਸਟੈਂਸ ਵੀ ਮੈਜ਼ਰ ਫਰੋਮ ਦਾ ਪੋਲ। ਮੈਂ ਸਾਰਾ ਕੁਝ ਬੇਟਾ ਦੇਖੋ ਚੇਂਜ ਕਰ ਦਾਂਗਾ, ਜਿੱਥੇ ਜਿੱਥੇ ਮੇਰੇ ਕੋਲ M ਹੋਏਗਾ ਉਹਦੀ ਜਗ੍ਹਾ ਤੇ PO ਕਰ ਦਾਂਗਾ, ਨਾਲ ਨਾਲ PC। ਨਾਓ ਹੁਣ ਅਸੀਂ ਜਿਹੜਾ ਬਲੈਕ ਬੋਰਡ ਤੇ ਲਿਖ ਲੈਂਦੇ ਨਾਲ ਦੇ ਨਾਲ। ਨਾਓ ਬੇਟਾ ਸਾਰਿਆਂ ਦੀ ਜਗ੍ਹਾ ਤੇ ਮੈਂ ਦੇਖੋ PP ਕਰਦਾ, M ਨੂੰ ਕੈਂਸਲ ਕਰਕੇ ਅਸੀਂ ਉਹਨੂੰ P ਦੇ ਵਿੱਚ ਕਨਵਰਟ ਕਰਦਾ ਕਿਉਂਕਿ ਅਪਰਚਰ ਸਮਾਲ ਸੀਗਾ। ਨਾਓ ਵੀ ਵਿਲ ਸਬਸਟੀਟਿਊਟ ਦਾ ਵੈਲਿਊ ਆਫ PO, PI ਤੇ PC ਦੀ ਵੈਲਿਊ ਬੇਟਾ ਫਾਈਂਡ ਆਊਟ ਕਰਾਂਗੇ। ਨਾਓ ਦੇਖੋ PO ਪੋਲ ਤੋਂ ਲੈ ਕੇ ਆਬਜੈਕਟ ਤੱਕ ਦੀ ਦੂਰੀ, ਪੋਲ ਤੋਂ ਲੈ ਕੇ ਆਬਜੈਕਟ ਤੱਕ ਦੀ ਦੂਰੀ ਨੂੰ ਅਸੀਂ ਲਿਖਦੇ ਹਾਂ U। U ਦਾ ਮਤਲਬ ਹੁੰਦਾ ਹੈ ਡਿਸਟੈਂਸ ਆਫ ਆਬਜੈਕਟ ਫਰੋਮ ਦਾ ਪੋਲ। ਇਹ ਆ ਗਿਆ ਸਾਡੇ ਕੋਲ U। ਹਮੇਸ਼ਾ ਨੋਟ ਕਰ ਲਓ ਡਿਸਟੈਂਸ ਕਿੱਥੋਂ ਮੈਜ਼ਰ ਕਰਦੇ ਆ, ਅਸੀਂ ਪੋਲ ਤੋਂ ਮੈਜ਼ਰ ਕਰਦੇ ਆ। ਪੋਲ ਤੋਂ ਲੈ ਕੇ ਆਬਜੈਕਟ ਤੱਕ ਦੀ ਦੂਰੀ ਨੂੰ ਅਸੀਂ U ਲਿਖਦੇ ਆ। ਨਾਓ PI ਪੋਲ ਤੋਂ ਲੈ ਕੇ ਇਮੇਜ ਤੱਕ ਦੀ ਦੂਰੀ, ਇਹਨੂੰ ਅਸੀਂ ਲਿਖਦੇ ਆ V। ਪੋਲ ਤੋਂ ਲੈ ਕੇ ਇਮੇਜ ਤੱਕ ਦੀ ਜਿਹੜੀ ਦੂਰੀ ਹੈ ਇਹਨੂੰ ਅਸੀਂ ਲਿਖਾਂਗੇ ਬੇਟਾ V। ਅੱਗੇ ਆ ਗਿਆ PC ਪੋਲ ਤੋਂ ਲੈ ਕੇ ਸੈਂਟਰ ਆਫ ਕਰਵੇਚਰ ਤੱਕ ਦੀ ਦੂਰੀ ਨੂੰ ਅਸੀਂ ਬੋਲਦੇ ਹਾਂ ਰੇਡੀਅਸ ਆਫ ਕਰਵੇਚਰ। अब बेटा तीन चीजें पहले नोट करो, PO U पॉल तो लेके ऑब्जेक्ट का डिस्टेंस U,
ਪੋਲ ਤੋਂ ਲੈ ਕੇ ਸਾਡਾ ਇਮੇਜ ਤੱਕ ਦਾ ਜਿਹੜਾ ਡਿਸਟੈਂਸ ਹੈਗਾ ਉਹ ਸਾਡਾ v, ਤੇ ਪੋਲ ਤੋਂ ਲੈ ਕੇ ਸਾਡਾ ਜਿਹੜਾ ਹੈ ਸੈਂਟਰ ਆਫ ਕਰਵੇਚਰ ਤੱਕ ਦਾ ਡਿਸਟੈਂਸ ਕਿੰਨਾ ਹੈਗਾ ਬੇਟਾ ਸਾਡੇ ਕੋਲ r। ਨਾਓ ਇੱਕ ਪੁਆਇੰਟ ਨੋਟ ਕਰੋ, ਇਨਸੀਡੈਂਟ ਰੇ O ਤੋਂ A, ਦੇਖੋ ਇਨਸੀਡੈਂਟ ਰੇ ਇਸ ਡਾਇਰੈਕਸ਼ਨ ਚ ਆ ਰਹੀ ਹੈ ਤੇ ਮੈਂ ਜਾ ਰਿਹਾ ਪੋਲ ਤੋਂ O, ਬਿਲਕੁਲ ਉਹਦੇ ਆਪੋजिट। ਜਦੋਂ ਆਪੋजिट ਜਾਣਾ ਹੈ ਅਸੀਂ ਨਾਲ ਮਾਈਨਸ ਲਗਾਣਾ। ਦੇਖੋ ਲਾਈਟ ਇਜ਼ ਗੋਇੰਗ ਫਰੋਮ ਦਿਸ ਸਾਈਡ ਤੇ ਮੈਂ ਡਿਸਟੈਂਸ ਮੇਜਰ ਕਰ ਰਿਹਾ P ਤੋਂ ਉਲਟ, ਇਹ PO ਉਹਦੇ ਆਪੋजिट ਆ ਰਿਹਾ ਬੇਟਾ, ਇਹਨੂੰ ਅਸੀਂ ਜਿਹੜਾ ਦੇਖਾਂਗੇ ਮਾਈਨਸ ਦੇ ਵਿੱਚ। ਸਿਮਿਲਰਲੀ PI, ਇਨਸੀਡੈਂਟ ਲਾਈਟ ਇਧਰ ਨੂੰ ਹੈ ਤੇ ਮੈਂ ਜਾ ਰਿਹਾ PI, ਮੈਂ ਵੀ ਇਨਸੀਡੈਂਟ ਲਾਈਟ ਦੀ ਡਾਇਰੈਕਸ਼ਨ 'ਚ ਜਾ ਰਿਹਾ ਤੇ ਜਦੋਂ ਡਾਇਰੈਕਸ਼ਨ 'ਚ ਹੀ ਜਾਣਾ ਹੈ ਤੇ ਉਹ ਸਾਈਨ ਕਿਹੜਾ ਆਏਗਾ ਪਲੱਸ। ਜਿਹੜੇ ਡਿਸਟੈਂਸ ਇਨਸੀਡੈਂਟ ਲਾਈਟ ਦੇ ਆਪੋजिट ਆਣਗੇ ਉਹਨਾਂ ਨਾਲ ਮਾਈਨਸ ਲਗਾਣਾ ਹੈ ਤੇ ਜਿਹੜੇ ਡਿਸਟੈਂਸ ਇਨਸੀਡੈਂਟ ਲਾਈਟ ਦੀ ਡਾਇਰੈਕਸ਼ਨ 'ਚ ਹੀ ਹੋਣਗੇ ਉਹਦੇ ਨਾਲ ਪੋਜ਼ਿਟਿਵ। ਆਪੇ ਸੋਚੋ ਹੁਣ R ਬਾਰੇ ਗੱਲ ਕਰੋ, ਇਨਸੀਡੈਂਟ ਲਾਈਟ ਇਧਰ ਨੂੰ ਹੈ ਤੇ ਮੈਂ ਜਾਣਾ ਹੈ P ਤੋਂ C, ਆ ਦੇਖੋ PC, ਲਾਈਟ ਵੀ ਇੱਧਰ ਤੇ ਅਸੀਂ ਵੀ P ਤੋਂ C ਉਧਰ ਹੀ ਜਾ ਰਹੇ ਹਾਂ। ਇਹਦਾ ਮਤਲਬ ਇਹਦਾ ਵੀ ਜਿਹੜਾ ਸਾਈਨ ਜਿਹੜਾ ਆਏਗਾ ਸਾਡੇ ਕੋਲ ਉਹ ਪੋਜ਼ਿਟਿਵ ਜਿਹੜਾ ਹੈ ਉਹ ਹੀ ਆਏਗਾ। ਹਾਂਜੀ ਬੇਟਾ ਕਲੀਅਰ। ਬੇਟਾ ਹੁਣ ਇਹਦਾ ਜਿਹੜਾ ਕੁਝ ਪਾਰਟ ਜਿਹੜਾ ਰਹਿ ਗਿਆ ਉਹ ਵੀਡੀਓ ਦੀ ਲੈਂਥ ਜਿਹੜੀ ਹੈ ਉਹ 30 ਜਿਹੜੀ ਹੈ ਮਿੰਟ ਦੀ ਇੰਨੀ ਕੀ ਬਣਦੀ ਹੈ ਤੇ ਉਹ ਕੁਝ ਹਿੱਸਾ ਜਿਹੜਾ ਮੈਂ ਉਹ ਨੈਕਸਟ ਲੈਕਚਰ ਦੇ ਵਿੱਚ ਜਿਹੜਾ ਬੇਟਾ ਇਹਨੂੰ ਮੈਂ ਕੰਪਲੀਟ ਕਰਾਂਗਾ। ਥੈਂਕ ਯੂ।